ਕਿਸਾਨ ਜਥੇਬੰਦੀਆਂ ਦੇ ਵੱਲੋਂ ਪਿੰਡਾਂ ਦੇ ਵਿੱਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਕਿਉਂਕਿ 26 ਅਤੇ 27 ਤਰੀਕ ਦਾ ਅੰਦੋਲਨ ਸਕਸੈਸਫੁਲ ਕਰਨਾ ਹੈ। ਸਫਲ ਇਸ ਕਰਕੇ ਕਰਨਾ ਹੈ ਕਿਉਂਕਿ ਕੇਂਦਰ ਸਰਕਾਰ ਦੇ ਵੱਲੋਂ ਜਿਹੜੇ 3 ਕਾਨੂੰਨ ਬਣਾਏ ਗਏ ਨੇ, ਕਿਸਾਨ ਕਹਿੰਦੇ ਨੇ ਕਿ ਹਰ ਕੀਮਤ ਉੱਤੇ ਅਸੀਂ ਇਹਨਾਂ ਨੂੰ ਰੱਦ ਕਰਵਾ ਕੇ ਹਟਾਂਗੇ ਅਤੇ 26 ਅਤੇ 27 ਤਰੀਕ ਦੀ ਜਿਹੜੀ ਇੱਕ ਕਿਸਾਨਾਂ ਦੀ ਰੈਲੀ ਹੈਗੀ ਆ, ਅੰਦੋਲਨ ਹੈ, ਸਾਰੇ ਦੇਸ਼ ਦੀ ਨਿਗਾਹ ਕਿਸਾਨਾਂ ਦੇ ਵੱਲ ਹੈ ਤੇ ਕਿਸਾਨ ਪਿੰਡਾਂ ਦੇ ਵਿੱਚ ਮੀਟਿੰਗਾਂ ਕਰ ਰਹੇ ਨੇ। ਹੁਣ ਸਾਰਿਆਂ ਦੇ ਦਿਮਾਗ ਦੇ ਵਿੱਚ ਇਹ ਗੱਲ ਚੱਲ ਰਹੀ ਹੈ ਕਿ 26 ਅਤੇ 27 ਤਰੀਕ ਨੂੰ ਕਿਸਾਨ ਕਿੱਥੋਂ ਤੇ ਕਿਵੇਂ ਕੂਚ ਕਰਨਗੇ। ਦੁਆਬਾ ਏਰੀਏ ਦੇ ਵਿੱਚ ਅਸੀਂ ਬੈਠੇ ਹਾਂ ਅਤੇ ਕਿਸਾਨ ਕਿਵੇਂ ਤੇ ਕਿੱਥੋਂ ਜਾਣਗੇ, ਦਿੱਲੀ ਵੱਲ ਨੂੰ ਕੂਚ ਕਰਨਗੇ ਕਿਉਂਕਿ ਵੱਡੇ ਸਵਾਲ ਇਹ ਵੀ ਖੜੇ ਹੋ ਰਹੇ ਨੇ ਕਿ ਕਿਸਾਨ ਦਿੱਲੀ ਦੇ ਵਿੱਚ ਕਿਵੇਂ ਜਾਣਗੇ ਕਿਉਂਕਿ 2 ਬਾਰਡਰ ਪੈਂਦੇ ਨੇ, ਪਹਿਲਾਂ ਹਰਿਆਣੇ ਦਾ ਤੇ ਉਸ ਤੋਂ ਬਾਅਦ ਦਿੱਲੀ ਜਾ ਕੇ ਆਉਂਦਾ। ਤਾਂ ਸਾਰੀ ਗੱਲਬਾਤ ਕਰਦੇ ਹਾਂ। ਮੇਰੇ ਨਾਲ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂ ਬੈਠੇ ਨੇ ਅਤੇ ਇਹ ਪਿੰਡਾਂ ਦੇ ਵਿੱਚ ਮੀਟਿੰਗਾਂ ਵੀ ਕਰ ਰਹੇ ਨੇ। ਇੱਕ ਗੱਲ ਇਹਨਾਂ ਦੇ ਵਿੱਚ ਮੈਂ ਖਾਸ ਦੱਸ ਦਿਆਂ ਕਿਉਂਕਿ ਇਸ ਸੰਘਰਸ਼ ਦੇ ਵਿੱਚ ਪਿੰਡਾਂ ਦੇ ਵਿੱਚੋਂ ਉੱਠ ਕੇ ਲੋਕ ਸਾਹਮਣੇ ਆਏ, ਨੌਜਵਾਨੀ ਬਾਹਰ ਆਈ, ਕਲਾਕਾਰੀ ਵੀ ਸਾਹਮਣੇ ਆਈ। ਪਰ ਇੱਕ ਤਸਵੀਰ ਤੁਹਾਨੂੰ ਮੈਂ ਦਿਖਾ ਦਿੰਦਾ ਕਿ ਇਹ ਸਿੰਘ ਹੈਗੇ ਨੇ ਮੇਰੇ ਨਾਲ ਜੋ ਸਰਪੰਚ ਨੇ ਅਤੇ ਉਹਨਾਂ ਦੇ ਬੇਟੇ ਵੀ ਨਾਲ ਹੈਗੇ ਆ। ਨਹੀਂ ਤੇ ਆਮ ਤੌਰ ਦੇ ਉੱਪਰ ਕੀ ਹੁੰਦਾ ਕਿ ਨੌਜਵਾਨੀ ਜਿਹੜੀ ਆ ਘਰ ਬੈਠ ਜਾਂਦੀ ਆ, ਬਜ਼ੁਰਗਾਂ ਨੂੰ ਕਹਿੰਦੇ ਆ ਕਿ ਕਿਸਾਨਾਂ ਦੇ ਅੰਦੋਲਨ ਦੇ ਵਿੱਚ ਭੇਜਿਆ ਜਾਂਦਾ ਵਾ, ਪਰ ਨੌਜਵਾਨ ਅੱਗੇ ਵੱਧ ਕੇ ਆਏ ਨੇ। ਪਿਓ ਪੁੱਤ ਦੋਵੇਂ ਜਿਹੜੇ ਆ ਮੀਟਿੰਗਾਂ ਕਰ ਰਹੇ ਨੇ ਪਿੰਡਾਂ ਦੇ ਵਿੱਚ ਜਾ ਕੇ ਅਤੇ 26 ਅਤੇ 27 ਤਰੀਕ ਦਾ ਜੋ ਅੰਦੋਲਨ ਹੈ ਉਸ ਨੂੰ ਕਹਿੰਦੇ ਨੇ ਕਿ ਸਫਲ ਹਰ ਕੀਮਤ ਦੇ ਉੱਪਰ ਬਣਾ ਕੇ ਹਟਾਂਗੇ। ਮੇਰੇ ਨਾਲ ਕਸ਼ਮੀਰ ਸਿੰਘ ਹੈਗੇ ਨੇ ਕਿਸਾਨ ਯੂਨੀਅਨ ਰਾਜੇਵਾਲ ਤੋਂ। ਕਸ਼ਮੀਰ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਸਵਾਲ ਇਹੀ ਹੈ ਕਿ 26 ਅਤੇ 27 ਤਰੀਕ ਨੂੰ ਕਿਹੋ ਜਿਹਾ ਅੰਦੋਲਨ ਰਹੂਗਾ, ਕਿੱਥੋਂ ਤੁਸੀਂ ਇਸ ਦੁਆਬੇ ਏਰੀਆ ਦੇ ਵਿੱਚੋਂ ਕੂਚ ਕਰਨੀ ਹੈ ਦਿੱਲੀ ਨੂੰ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜਥੇਦਾਰ ਕਸ਼ਮੀਰ ਸਿੰਘ, ਮੁੱਖ ਬੁਲਾਰਾ ਭਾਰਤੀ ਕਿਸਾਨ ਯੂਨੀਅਨ ਬਲਵੀਰ ਸਿੰਘ ਰਾਜੇਵਾਲ। ਸਾਡੇ ਨਾਲ ਮਨਦੀਪ ਸਿੰਘ ਜੀ ਸਮਰਾ ਜੋ ਸਮਰਾਜ ਨਗਰ ਦੇ ਪ੍ਰਧਾਨ ਵੀ ਨੇ, ਸਰਪੰਚ ਵੀ ਨੇ ਤੇ ਸਾਡੀ ਯੂਨੀਅਨ ਦੇ ਜ਼ਿਲ੍ਹੇ ਦੇ ਪ੍ਰਧਾਨ ਵੀ ਨੇ BKU ਰਾਜੇਵਾਲ ਦੇ। ਅਸੀਂ ਸਵੇਰ ਦੇ ਲੱਗੇ ਹੋਏ ਹਾਂ। ਹੁਣ ਵੀ ਸ਼ਹਿਰ ਕੁਛ ਇੱਥੇ ਵਸਤੂ ਜਿਹੜੀਆਂ ਸਾਨੂੰ ਚਾਹੀਦੀਆਂ ਸੀਗੀਆਂ ਤਿਆਰੀ ਵਾਸਤੇ ਉਹ ਲੈਣ ਆਏ ਸੀਗੇ ਤੇ ਇੱਥੇ ਫਿਰ ਸਾਡਾ ਵਿਚਾਰ ਸੀਗਾ ਵੀ ਚਲੋ ਮੈਸੇਜ ਜਿਹੜੇ ਕਿਸਾਨਾਂ ਤੱਕ ਹਜੇ ਤੱਕ ਨਹੀਂ ਗਿਆ, ਜਿਨ੍ਹਾਂ ਨੂੰ ਨਹੀਂ ਮਿਲ ਸਕੇ ਉਹਨਾਂ ਨੂੰ ਮੈਸੇਜ ਤੁਹਾਡੇ ਚੈਨਲ ਦੇ ਜ਼ਰੀਏ ਦੇਣਾ ਚਾਹੁੰਦੇ ਸੀ। ਤਿਆਰੀਆਂ, ਪਹਿਲਾਂ ਮੀਟਿੰਗ ਸਾਡੀ ਸਵੇਰੇ 9 ਵਜੇ ਜੜਿਆਲੇ ਸੀਗੀ, ਅੱਜ ਦੂਸਰੀ ਮੀਟਿੰਗ ਸਮਰਾਏ ਸੀਗੀ, ਤੀਸਰੀ ਮੀਟਿੰਗ ਹੋਰ ਨਾਲ ਪਿੰਡ ਸਾਡੇ ਮਸ਼ਿਆਣਾ ਵਿਖੇ ਸੀਗੀ। ਵੱਖ-ਵੱਖ ਨਗਰਾਂ ਚੱਲ ਰਹੀਆਂ। ਹੁਣ ਸ਼ਾਹਕੋਟ ਏਰੀਏ ਦੇ ਵਿੱਚ ਜਾ ਰਹੇ, ਉੱਧਰ ਮੀਟਿੰਗਾਂ ਸਾਡੀਆਂ ਸ਼ਾਮ ਦੀਆਂ ਰੱਖੀਆਂ। ਗੁਰਦੁਆਰਾ ਡੇਰਾ ਸਾਹਿਬ 5ਵੇਂ ਪਾਤਸ਼ਾਹ ਦੇ ਸਥਾਨ ਤੋਂ ਅਸੀਂ ਉੱਥੋਂ ਲੋਕਲ ਇਕੱਠੇ ਹੋਵਾਂਗੇ। ਉਸ ਤੋਂ ਬਾਅਦ ਅਸੀਂ ਟੋਲ ਪਲਾਜ਼ਾ ਲੋਡੂਵਾਲ ਜਾਵਾਂਗੇ। ਉੱਥੋਂ ਜੋ ਫਿਰ ਮੁੜ ਕੇ ਸਾਡਾ ਸਾਰਾ ਜੋ 5-6 ਜਥੇਬੰਦੀਆਂ ਲੀਡ ਕਰ ਰਹੀਆਂ ਦੁਆਬੇ ਨੂੰ, ਉੱਥੋਂ ਇਕੱਠੇ ਹੋ ਕੇ ਅਸੀਂ ਫਿਰ ਆਪਣਾ ਰਾਜਪੁਰਾ ਜਾਵਾਂਗੇ। ਰਾਜਪੁਰੇ ਤੋਂ ਸ਼ੰਭੂ ਬਾਰਡਰ ਜਾਵਾਂਗੇ। ਉੱਥੇ ਵੀ ਵਧੀਆ ਜੋਰ ਅਜਮਾਈ ਪੂਰੀ ਕਰਾਂਗੇ। ਇੱਦਾਂ ਨਹੀਂ ਅਸੀਂ ਰੋਕਦੇ ਵੀ ਜੇ ਕਹੀਏ ਸਾਨੂੰ ਉੱਥੇ ਜਾ ਕੇ ਬਈ ਐਵੇਂ ਹੈਰਾਨ ਵੀ ਰੋਕ ਲੈਣਗੇ। ਆਪਣਾ ਪੂਰਾ ਜੋਰ ਅਜਮਾਈ ਕਰਾਂਗੇ। ਅਗਰ ਜੇ ਚਾਰੇ ਸਿਰੇ ਮੋਦੀ ਸਰਕਾਰ ਦਾ ਤੱਕਿਆ ਹੀ ਹੋਊਗਾ, ਸਾਡੇ ਤੋਂ ਡਰਦੇ ਵੀ ਦਿੱਲੀ 'ਚ ਐਂਟਰੀ ਨਹੀਂ ਕਿਸਾਨਾਂ ਨੂੰ ਹੋਣ ਦੇਣੀ, ਕਿ ਬਹੁਤ ਜ਼ਿਆਦਾ ਸਾਡੇ ਨਾਲ ਕੋਈ ਤਸ਼ੱਦਦ ਕਰਨ ਦੀ ਕੋਸ਼ਿਸ਼ ਕਰਨਗੇ, ਉਹ ਤਾਂ ਅਸੀਂ ਡਰਦੇ ਨਹੀਂਗੇ ਕਿਉਂਕਿ ਸਾਡਾ ਇਤਿਹਾਸ ਆ, ਸਾਡੇ 9ਵੇਂ ਪਾਤਸ਼ਾਹ ਦਾ ਇਤਿਹਾਸ ਆ। ਉਹਨੇ ਹਿੰਦੂ ਧਰਮ ਦੇ ਲਈ, ਕਸ਼ਮੀਰੀ ਪੰਡਤਾਂ ਦੇ ਲਈ ਆਪਣਾ ਸੀਸ ਬਲੀਦਾਨ ਦੇ ਦਿੱਤਾ। ਮੋਹਰੇ ਥੋੜੇ ਦਿਨਾਂ ਨੂੰ ਉਹਨਾਂ ਦਾ ਸ਼ਹੀਦੀ ਪੁਰਬ ਵੀ ਆ ਰਿਹਾ ਆ, ਪਰ ਅਸੀਂ ਡਰਦੇ ਨਹੀਂਗੇ। ਪਰ ਫਿਰ ਵੀ ਜੇ ਕੋਈ ਜ਼ਿਆਦਾ ਉੱਥੇ ਕਿਸੇ ਤਰੀਕੇ ਦਾ ਤਸ਼ੱਦਦ ਕਰਕੇ, ਕਿਉਂਕਿ ਸੰਘਰਸ਼ ਨੂੰ ਆਊਟ ਕਰਨ ਦੇ ਲਈ ਵਿੱਚੋਂ ਇੱਦਾਂ ਦੀਆਂ ਏਜੰਸੀਆਂ ਖੇਲ ਸਕਦੀਆਂ ਨੇ, ਅਸੀਂ ਉਹ ਚੀਜ਼ ਨੂੰ ਵੀ ਬਹੁਤ ਧਿਆਨ ਵਿੱਚ ਰੱਖ ਰਹੇ ਹਾਂ ਕਿਉਂਕਿ ਇੰਨਾ ਲੰਮਾ ਸ਼ੰਭੂ ਬਾਰਡਰ ਨਹੀਂ ਕਹਿੰਦੇ ਟੱਪਣ ਦੇਣਗੇ ਉਹ ਤਾਂ, ਕਿਉਂਕਿ ਜੋ ਪਿਛਲੇ ਦਿਨਾਂ ਦੇ ਵਿੱਚ ਵੀ ਦੇਖਿਆ ਗਿਆ ਕਿਉਂਕਿ ਹਰਿਆਣਾ ਦੇ ਵਿੱਚ ਸਰਕਾਰ ਹੈ ਉਹਨਾਂ ਦੀ, ਤਾਂ ਫਿਰ ਸ਼ੰਭੂ ਬਾਰਡਰ ਦੇ ਉੱਪਰ ਕਾਫੀ ਉਹੀ ਗੱਲ ਕਰਨੀ ਚਾਹੁੰਦਾ ਨਾ। ਦੇਖੋ, ਜੇ ਕੋਈ ਜ਼ਿਆਦਾ ਉੱਥੇ ਤਸ਼ੱਦਦ ਕਿਸੇ ਤਰ੍ਹਾਂ ਦਾ ਕੋਈ ਕਰਨ ਦੀ ਕੋਸ਼ਿਸ਼ ਕਰਨਗੇ, ਸ਼ਰਾਰਤਬਾਜ਼ੀ, ਕੋਈ ਸਰਕਾਰਾਂ, ਕੋਈ ਏਜੰਸੀਆਂ ਬੜੀਆਂ ਹੁੰਦੀਆਂ, ਫਿਰ ਅਸੀਂ ਉੱਥੇ ਹੀ ਬਹਿ ਕੇ ਉੱਥੇ ਹੀ ਅਸੀਂ ਆਪਣੇ ਧਰਨਾ ਸ਼ੁਰੂ ਕਰ ਦਿਆਂਗੇ। ਤੇਲ ਪਾਣੀ ਦੇ ਟੈਂਕਰਾਂ ਦੇ ਵਿੱਚ ਅਸੀਂ ਡੀਜ਼ਲ ਦਾ ਵੀ ਆਪਣਾ ਅਰੇਂਜ ਕਰ ਲਿਆ ਕਿਉਂਕਿ ਸਰਕਾਰ ਹਰ ਹੱਥ ਕੰਡਾ ਵਰਤ ਰਹੀ ਆ। ਸਰਕਾਰ ਪੈਟਰੋਲ ਪੰਪ ਵੀ ਬੰਦ ਕਰਾ ਸਕਦੀ ਆ, ਜਿਵੇਂ ਅੱਜ ਮੀਟਿੰਗ ਰੱਖ ਲਈ ਆ ਕੈਪਟਨ ਸਾਹਿਬ ਨੇ, ਕਿਉਂਕਿ ਸਾਰਾ ਕੈਪਟਨ ਸਾਹਿਬ ਮੈਨੂੰ ਲੱਗਦਾ ਉੱਦਾਂ ਤਾਂ ਚਲੋ ਕਿਸਾਨਾਂ ਦੇ ਨਾਲ ਜਿੰਨਾ ਕੁ ਉਹਨਾਂ ਦਾ ਬਣਦਾ ਯੋਗਦਾਨ ਉਹਨਾਂ ਨਹੀਂ ਪਾ ਰਿਹਾ, ਪਰ ਹੋਰ ਹੀ ਪਾਉਣਾ ਚਾਹੀਦਾ। ਪਰ ਸੈਂਟਰ ਦੇ ਦਬਾਅ ਥੱਲੇ ਨਹੀਂ ਆ ਗਿਆ, ਅੱਜ ਖੜੇ ਪੈਰ ਮੀਟਿੰਗ ਨਹੀਂ ਉਹਨਾਂ ਨੂੰ ਰੱਖਣੀ ਚਾਹੀਦੀ। 23 ਦੀ ਫੇਰ ਮੀਟਿੰਗ ਆ ਕਿਉਂਕਿ ਕਿਸਾਨ ਜਥੇਬੰਦੀਆਂ ਦਾ ਪਿੰਡਾਂ ਮੀਟਿੰਗ ਨੂੰ ਮੰਨਦੇ ਹੋ ਕਿ ਦਬਾਅ ਆ ਸੈਂਟਰ ਦਾ? ਇਹ ਦੇਖੋ, ਇਹ ਦਬਾਅ ਥੱਲੇ ਹੀ ਆ। ਹੋਰ ਅੱਜ ਦੀ ਮੀਟਿੰਗ ਦਾ ਕੋਈ ਮੇਨ ਮਕਸਦ ਤਾਂ ਹੈ ਹੀ ਨਹੀਂਗਾ। ਉਹਦੇ ਦਬਾਅ ਥੱਲੇ ਉਧਰ ਕੇਜਰੀਵਾਲ ਸਾਹਿਬ ਦਿੱਲੀ ਦੇ ਵਿੱਚ ਉਹ ਲੋਕਡਾਊਨ ਲਾਈ ਬੈਠੇ ਨੇ। ਇਹ ਸਭ ਕੁਝ ਸੈਂਟਰ ਇਹਨਾਂ ਤੇ ਦਬਾਅ ਪਾ ਕੇ ਕਰਾ ਰਿਹਾ ਆ। ਇਹ ਸੈਂਟਰ ਦੀਆਂ ਜਿਹੜੀਆਂ ਚਾਲਾਂ ਆ, ਇਹ ਕਿਸੇ ਵੀ ਕੀਮਤ ਦੇ ਵਿੱਚ ਇਹਨਾਂ ਦੇ ਵਿੱਚ ਪਾਸ ਨਹੀਂ ਹੋਊਗਾ ਮੋਦੀ। ਅਸੀਂ ਹਰ ਤਰੀਕੇ ਦੇ ਨਾਲ ਨਾਕਾਬੰਦੀ ਤੋੜਨ ਦੀ ਕੋਸ਼ਿਸ਼ ਕਰਾਂਗੇ। ਜੇ ਨਾ ਹੀ ਚਾਰੇ ਸਿਰੇ ਦੇਣਗੇ
ਫਿਰ ਸਾਰਾ ਸਾਡੀ ਤਿਆਰੀ ਪੂਰੀ ਮੁਕੰਮਲ ਆ। ਜੇ ਕਸ਼ਮੀਰ ਸਿੰਘ ਜੀ ਤੁਹਾਨੂੰ ਸ਼ੰਭੂ ਬਾਰਡਰ ਤੇ ਰੋਕ ਲਿਆ ਤਾਂ ਫਿਰ ਕੀ ਹੋਊਗਾ? ਸ਼ੰਭੂ ਬਾਰਡਰ ਤੋਂ ਵਾਪਸ ਮੁੜ ਆਉਂਗੇ? ਨਾ, ਵਾਪਸ ਦਾ ਮਕਸਦ ਨਹੀਂ ਨਿਗਾ, ਵਾਪਸ ਤਾਂ ਲੜਾਈ ਜਿੱਤਣੀ ਆ ਨਾ। ਵਾਪਸ ਤਾਂ ਉੱਥੇ ਮੋਰਚਾ ਚੱਲੂਗਾ, ਉਸ ਜਿੰਨਾ ਚਿਰ ਮਰਜ਼ੀ ਲੱਗ ਜੇ। 5-7 ਮਹੀਨੇ ਦਾ ਰਾਸ਼ਨ ਪਾਣੀ ਅਸੀਂ ਆਪਣਾ ਪੈਕ ਕਰ ਲਿਆ, ਸਾਰੀ ਤਿਆਰੀ ਆ। ਤੁਸੀਂ ਮੰਨ ਕੇ ਚੱਲੇ ਹੋ ਕਿ ਸਾਨੂੰ ਮਹੀਨਿਆਂ ਬੱਧੀ ਜੇ ਟਾਈਮ ਲੱਗਿਆ ਤੇ ਅਸੀਂ ਬਿਲਕੁਲ ਬਿਲਕੁਲ ਉੱਥੇ ਜੋ ਮਰਜ਼ੀ ਹੋਵੇ। ਫਿਰ ਜੋ ਜਥੇਬੰਦੀਆਂ ਨੇ ਜਿਵੇਂ ਤੋਂ ਕਾਲ ਦਿੱਤੀ ਆ ਵੀ ਜਿੰਨਾ ਲੰਮਾ ਮਰਜ਼ੀ ਸੰਘਰਸ਼ ਹੋ ਜਾਵੇ, ਫਿਰ ਸੰਘਰਸ਼ ਜਿੱਤ ਕੇ ਆਵਾਂਗੇ ਵਾਪਸ। ਮੈਂ ਤਾਂ ਸੁਣਿਆ ਪਿੰਡਾਂ ਦੇ ਵਿੱਚ ਕਹਿੰਦੇ ਪਿੰਨੀਆਂ ਵੀ ਬਣਾ ਲਈਆਂ ਕਿ ਉੱਥੇ ਪੱਕੇ ਠੰਡ ਹੋਣੀ ਆ, ਉੱਥੇ ਤਾਂ ਪਿੰਨੀਆਂ ਵੀ ਕੋਈ ਗੱਲ ਨਹੀਂ, ਖਾ ਕੇ ਸਾਰ ਲਾਂਗੇ। ਕਿਉਂਕਿ ਉਹ ਮਨਦੀਪ ਜੀ ਜਿੱਦਾਂ ਪੰਜਾਬੀਆਂ ਦੀ ਦੇਖੋ ਨਾ, ਤੁਸੀਂ ਵੀ ਪੰਜਾਬੀ ਨੌਜਵਾਨ ਆ, ਕਿਉਂਕਿ ਪੰਜਾਬੀਆਂ ਦੀ ਖੁਰਾਕ ਹੈ ਨਾ ਸਿਆਲ ਨੂੰ, ਉਹਦੇ ਬਿਨਾਂ ਅਸੀਂ ਰਹਿ ਨਹੀਂ ਸਕਦੇ। ਉਹ ਅਸੀਂ ਬਣਾ ਲਈਆਂ ਆ। ਜਦੋਂ ਕਦੇ ਭੁੱਖ ਲੱਗੂਗੀ ਤੇ ਰੋਟੀ ਪਾਣੀ 10 ਮਿੰਟ ਲੇਟ ਵੀ ਪੱਕੂਗਾ। ਹੁਣ ਉੱਥੇ ਕਿਹੜੀ ਮਾਂ ਬੈਠੀ ਜਨ ਪਕਾਉਣੀ ਆ? ਉੱਥੇ ਤਾਂ ਵੀ ਆਪਣੇ ਹਲਵਾਈਆਂ ਨੇ ਪਕਾਉਣੀਆਂ। ਦਬਾਬੇ ਕੋਲ ਤਾਂ ਦਬਾਬੇ ਵਾਲੇ ਕੋਲ ਤਾਂ ਹਲਵਾਈ ਆ ਨਾ, ਹਲਵਾਈ ਪਕਾਉਣਗੇ। ਤੇ ਅਸੀਂ ਫਿਰ ਜਦੋਂ ਮਾੜੀ ਮੋਟੀ ਭੁੱਖ ਲੱਗੂਗੀ ਤੇ ਉੱਥੇ ਪਿੰਨੀਆਂ ਪੁੰਨੀਆਂ ਖਾ ਕੇ ਵਧੀਆ ਤਰੀਕੇ ਨਾਲ ਲੜਾਈ ਲੜਾਂਗੇ। ਕਿਉਂਕਿ ਆਪਣਾ ਸਾਰਾ ਅਰੇਂਜ ਕਰਕੇ ਜਾਣਾ। ਅਸੀਂ ਨਿਤਨੇਮੀ ਬੰਦੇ ਆ, ਅਸੀਂ ਆਪਣਾ ਨਿਤਨੇਮ ਵੀ ਕਰਾਂਗੇ। ਸਾਨੂੰ 10ਵੇਂ ਪਾਤਸ਼ਾਹ ਦਾ ਸੰਦੇਸ਼ ਆ, ਕਿਉਂਕਿ ਜਦੋਂ 10 ਲੱਖ ਦਾ ਫੌਜ ਦਾ ਪਿੱਛੇ ਘੇਰਾ ਸੀਗਾ ਸਰਸਾ ਨਦੀ ਤੇ, ਉਹਨਾਂ ਨੇ ਉਸ ਟਾਈਮ ਵੀ ਅੰਮ੍ਰਿਤ ਵੇਲਾ ਨਹੀਂ ਆਪਣਾ ਗਵਾਇਆ। ਅਸੀਂ ਆਪਣਾ ਨਿਤਨੇਮ ਵੀ ਜਾਰੀ ਰੱਖਾਂਗੇ, ਕਿਉਂਕਿ ਲੜਾਈ ਵਾਹਿਗੁਰੂ ਦੇ ਆਸਰੇ ਨਾਲ ਜਿੱਤੀ ਜਾਣੀ ਆ। ਵਧੀਆ ਤਰੀਕੇ ਦੇ ਨਾਲ ਸੱਚੇ ਪਾਤਸ਼ਾਹ ਚਰਨਾਂ ਅਰਦਾਸ ਬੇਨਤੀ ਕਰਕੇ ਤੁਰਾਂਗੇ। ਬਾਬਾ ਸਫਲ ਬਖਸ਼ੇ, ਸਾਨੂੰ ਸਫਲਤਾ ਬਖਸ਼ੇ, ਲੜਾਈ 100% ਜਿੱਤਾਂਗੇ। ਸਮਰਾ ਸਾਹਿਬ, ਪਿੰਡਾਂ ਦੇ ਵਿੱਚ ਮੀਟਿੰਗਾਂ ਹੋ ਰਹੀਆਂ ਨੇ ਤਾਂ ਕਿਹੋ ਜਿਹਾ ਰਿਸਪੌਂਸ ਲੱਗਦਾ ਕਿਸਾਨਾਂ ਦੇ ਵਿੱਚ? ਕਹਿੰਦੇ ਕਿ ਦੁਆਬੇ ਦੇ ਵਿੱਚ ਥੋੜਾ ਜਿਹਾ ਕਿਸਾਨ ਬਾਕੀ ਜਿਵੇਂ ਮਾਝੇ ਅਤੇ ਮਾਲਵੇ ਨਾਲੋਂ ਥੋੜਾ ਜਿਹਾ ਪਛਾਣ ਹੈਗਾ, ਪਰ ਤੁਸੀਂ ਪਿੰਡਾਂ 'ਚ ਜਾ ਰਹੇ ਹੋ, ਕਿਵੇਂ ਦਾ ਰਿਸਪੌਂਸ ਲੱਗ ਰਿਹਾ ਕਿਸਾਨਾਂ ਦਾ? ਦੇਖੋ ਜੀ, ਜਿੰਨੇ ਕਹੀਂ ਪਿੰਡਾਂ 'ਚ ਅੱਜ ਸਵੇਰ ਤੋਂ ਲੱਗੇ ਆ, ਸਾਰੇ ਪਿੰਡਾਂ ਨੇ ਬਹੁਤ ਵਧੀਆ ਰਿਸਪੌਂਸ ਦਿੱਤਾ। ਹਰੇਕ ਪਿੰਡ ਦੇ ਵਿੱਚੋਂ 5-5 6-6 ਟਰਾਲੀਆਂ ਦਾ ਇੰਤਜ਼ਾਮ ਕੀਤਾ ਆ ਵੀ ਟਰਾਲੀਆਂ ਤੇ ਹੀ ਜਾਣਾ। ਜਿੱਦਾਂ ਗੱਡੀਆਂ 'ਚ ਗਿਆ ਬੰਦਾ ਬਾਜੇ ਵਾਪਸ ਆ ਜਾਂਦਾ ਆ, ਟਰਾਲੀਆਂ 'ਚ ਜਾਣਾ, ਆਪਣਾ ਰਾਸ਼ਨ ਪਾਣੀ ਵੀ ਨਾਲ ਲੈ ਕੇ ਜਾਣਾ। ਜੇ ਹੁਣ ਪਿੰਡ 'ਚੋਂ 6 ਟਰਾਲੀਆਂ ਕੱਢੀਆਂ ਤਾਂ 2 ਟਰਾਲੀਆਂ ਦੇ ਵਿੱਚ ਭਾਂਡਿਆਂ ਦਾ ਤੇ ਰਾਸ਼ਨ ਦਾ ਅਰੇਂਜਮੈਂਟ ਕਰਨਾ ਆ, ਤੇ ਬਾਕੀ ਜਿਹੜੀਆਂ 4 ਹੋਣਗੀਆਂ ਉਹਨਾਂ ਦੇ ਵਿੱਚ ਬੰਦਿਆਂ ਦਾ ਅਰੇਂਜਮੈਂਟ, ਕਿਉਂਕਿ ਸੌਣ ਦਾ ਪ੍ਰਬੰਧ ਵੀ ਨਾਲ ਪੂਰਾ ਹੋਊਗਾ। ਵੀ ਵਿੱਚੇ ਵੀ ਟਰਾਲੀ ਦੇ ਸੌਣ ਲਈ ਵੀ ਬਣਾਇਆ ਜਾਊਗਾ। ਕਿਸੇ ਨੇ ਫੋਨ ਚਾਰਜ ਲਾਉਣੇ, ਕੁਛ ਵੀ ਸਾਰਾ ਅਰੇਂਜਮੈਂਟ ਕੀਤਾ ਜਾਊਗਾ। ਇਹ ਨਹੀਂ ਹੈਗਾ ਵੀ ਜੇ ਹੁਣ ਆਪਾਂ ਦੂਸਰੇ ਥਾਂ ਜਾਣਾ ਵੀ ਜਾ ਕੇ ਹੁਣ ਜਦ 2-4 ਮਹੀਨੇ ਰਹਿਣਾ ਪੈ ਗਿਆ ਤਾਂ ਫਿਰ ਹੁਣ ਆਪਾਂ ਨੂੰ ਅਰੇਂਜਮੈਂਟ ਵੀ ਉਸ ਹਿਸਾਬ ਨਾਲ ਕਰਨਾ ਪੈਣਾ। ਸਾਡਾ ਰਾਸ਼ਨ ਪਾਣੀ ਦਾ ਵੀ ਪੂਰਾ ਅਰੇਂਜਮੈਂਟ ਆ, ਸਭ ਕੁਝ ਦਾ ਆ। ਜੇ ਕੋਈ ਐਮਰਜੈਂਸੀ ਕੰਮ ਵੀ ਹੋਊਗਾ ਸਾਡੇ ਮਗਰ ਵੀ ਬੰਦੇ ਛੱਡਿਓ ਆ ਜਿਹੜੇ ਕਿ ਮਗਰ ਸਾਨੂੰ ਪਹੁੰਚਦਾ ਕਰਨਗੇ ਜਿਹੜੀ ਵੀ ਚੀਜ਼ ਦੀ ਲੋੜ ਹੋਊਗੀ। ਅੱਛਾ, ਵੈਸੇ ਤਾਂ ਚਲੋ ਇਸ ਵਾਰ ਨੌਜਵਾਨੀ ਵੀ ਤੁਹਾਡੇ ਨਾਲ ਤੁਰੀ ਆ, ਬਜ਼ੁਰਗ ਕਿਸਾਨ ਜਿਹੜੇ ਆ ਅੰਦੋਲਨ ਦੇ ਵਿੱਚ ਜ਼ਿਆਦਾ ਹੋਣਗੇ, ਤਾਂ ਫਿਰ ਉੱਥੇ ਠੰਡ ਵੀ ਜ਼ਿਆਦਾ ਹੋਊਗੀ, ਤੁਸੀਂ ਓਪਨ ਦੇ ਵਿੱਚ ਰਹਿਣਾ, ਫਿਰ ਡਾਕਟਰੀ ਸਹਾਇਤਾ ਦੀ ਵੀ ਪੂਰੀ ਉੱਥੇ ਪ੍ਰਬੰਧ ਹੋਊਗਾ? ਦੇਖੋ ਜੀ, ਡਾਕਟਰੀ ਸਹਾਇਤਾ ਦਾ ਵੀ ਅਸੀਂ ਨਾਲ ਆਪਣੇ ਜਿੱਦਾਂ ਹਰੇਕ ਜਥੇਬੰਦੀ ਨੂੰ ਕਿਹਾ ਵੀ ਇੱਕ ਬੰਦਾ ਆਪਣਾ ਇੱਕ ਡਾਕਟਰ ਵੀ ਨਾਲ ਲੈ ਕੇ ਆਉਣਾ। ਡਾਕਟਰ ਵੀ ਸਾਡੇ ਕੋਲ ਹੋਣਗੇ ਤੇ ਸਾਡੇ ਕੋਲ ਰਜਾਈਆਂ ਵੀ ਹੋਣਗੀਆਂ, ਉੱਤੇ ਤੰਬੂ ਵੀ ਹੋਣਗੇ। ਜੇਕਰ ਤੰਬੂ ਕੱਢਣੇ ਪਏ ਉਹ ਵੀ ਅਸੀਂ ਨਾਲ ਲੈ ਕੇ ਚੱਲਾਂਗੇ। ਇਹ ਨਹੀਂ ਗੱਲ ਹੈਗੀ ਵੀ ਕੋਈ ਚੀਜ਼ ਸਾਡੇ ਕੋਲ ਨਾ ਹੋਊਗੀ। ਵੈਸੇ ਤਾਂ ਆਪਾਂ ਉੱਪਰਲੀ ਗੱਲ ਕਰ ਰਹੇ ਹਾਂ ਕਿ ਪੂਰਾ ਸੱਚ ਨਹੀਂ ਮੰਨ ਕੇ ਚੱਲਦੇ ਕਿ ਜੇ ਸ਼ੰਭੂ ਬਾਰਡਰ ਦੇ ਉੱਪਰ ਤੁਹਾਨੂੰ ਰੋਕ ਦਿੰਦੇ ਆ ਤੇ ਮਤਲਬ ਤੁਸੀਂ ਸੜਕਾਂ ਦੇ ਉੱਪਰ ਹੀ ਗੱਡ ਦਿਓਗੇ ਤੰਬੂ? ਫਿਰ ਸੜਕਾਂ ਤੇ ਕੱਢੇ ਜਾਣਗੇ ਜੀ, ਰੋਡ ਜਾਮ ਕੀਤਾ ਜਾਊਗਾ ਪੂਰਾ, ਫੇਰ ਹੀ ਸਾਨੂੰ ਫਾਇਦਾ ਹੋਊਗਾ। ਕੋਈ ਜੇ ਰੋਕਣਗੇ ਤਾਂ ਫੇਰ ਅਸੀਂ ਵਾਪਸ ਆਉਣਾ ਨਹੀਂਗਾ, ਜਾਂ ਸਾਨੂੰ ਧੁਰ ਜਾਣ ਦੇਣਗੇ, ਤੇ ਜੇ ਨਾ ਰੋਕਣਗੇ ਬਾਟੇ ਤਾਂ ਫੇਰ ਉੱਥੇ ਹੀ ਤੰਬੂ ਕੱਢ ਕੇ ਤੇ ਸੜਕਾਂ ਜਾਮ ਕੀਤੀਆਂ ਜਾਣਗੀਆਂ। ਪਿੰਡਾਂ ਦੇ ਵਿੱਚ ਮੀਟਿੰਗਾਂ ਜਿਹੜੀਆਂ ਹੋ ਰਹੀਆਂ ਨੇ ਕਿਸਾਨਾਂ ਨਾਲ, ਗੱਲਬਾਤ ਕੀ ਕਰ ਰਹੇ ਹੋ ਤੁਸੀਂ? ਉਹਨਾਂ ਨੂੰ ਸਮਝਾ ਕਿਵੇਂ ਰਹੇ ਹੋ? ਕਿਉਂਕਿ ਮੈਂ ਜਦੋਂ ਕਸ਼ਮੀਰ ਸਿੰਘ ਨਾਲ ਇੰਟਰਵਿਊ ਤੋਂ ਪਹਿਲਾਂ ਗੱਲ ਕਰ ਰਿਹਾ, ਮੈਨੂੰ ਤਾਂ ਐਂ ਲੱਗ ਰਿਹਾ ਜਿਵੇਂ ਵਿਆਹ ਵਾਲਾ ਮਾਹੌਲ ਹੁੰਦਾ ਕਿ ਤੁਸੀਂ ਇਹ ਚਾਈ ਸਭ ਕੁਝ ਕਰ ਰਹੇ ਹੋ। ਦੇਖੋ ਜੀ, ਹੁਣ ਸਾਡੇ ਹੱਕਾਂ ਦੀ ਲੜਾਈ ਆ। ਜਦੋਂ ਹੁਣ ਸਾਡਾ ਹੁਣ ਕੰਮ ਤਾਂ ਐਂਡ ਨਹੀਂ ਕਰ ਦਿੱਤਾ ਵੀ ਜਦੋਂ ਮੰਨਣੇ ਨਹੀਂ ਡਏ ਤਾਂ ਫਿਰ ਹੁਣ ਅਸੀਂ ਆਪਣਾ ਸੰਘਰਸ਼ ਨੂੰ ਤੇਜ਼ ਕਰਨ ਲਈ ਸਾਰੇ ਪਿੰਡਾਂ 'ਚ ਆਪਣਾ ਮੀਟਿੰਗਾਂ ਤਾਂ ਕਰਨੀਆਂ ਬਣਦੀਆਂ ਜਾਂ ਜਿਹੜੇ ਬੰਦੇ ਨਹੀਂ ਵੀ ਜਾਣ ਨੂੰ ਤਿਆਰ ਸੀ ਉਹ ਵੀ ਤਿਆਰ ਹੋ ਚੁੱਕੇ ਆ। ਜੇ ਆਪਾਂ ਬੰਦਾ ਜਾ ਕੇ ਕਿਸੇ ਨੂੰ ਕਹਿੰਦਾ ਆ, ਪ੍ਰੇਰਿਤ ਕਰਦਾ ਆ ਵੀ ਇਹ ਤੁਹਾਡਾ ਅਖੀਰਲਾ ਆ, ਜੇ ਤਾਂ ਇਹੀ ਹੱਕ ਹੈ ਆਪਣਾ ਕਮਾਉਣਾ ਤਾਂ ਫਿਰ ਤਾਂ ਆਪਣੇ ਘਰ ਬਹਿ ਜਾਓ, ਨਹੀਂ ਤਾਂ ਨਾਲ ਚੱਲੋ। ਹੁਣ ਸਾਰੇ ਤੁਰਨ ਨੂੰ ਤਿਆਰ ਆ। ਉਹ ਕਹਿੰਦੇ ਕੋਈ ਗੱਲ ਨਹੀਂ, ਜੇ ਕੋਈ ਬੰਦਾ ਵਾਪਸ ਵੀ ਆਉਣਾ ਚਾਹੂਗਾ ਗੱਡੀਆਂ ਦਾ ਅਰੇਂਜਮੈਂਟ ਵੀ ਹੋਊਗਾ। ਕੋਈ ਸਿਆਣਾ ਨਹੀਂ ਟਰਾਲੀ ਜਾਦਾ ਉਹ ਗੱਡੀ 'ਚ ਜਾਊਗਾ, ਗੱਡੀਆਂ ਦਾ ਅਰੇਂਜਮੈਂਟ ਵੀ ਪੂਰਾ ਕੀਤਾ ਜਾਊਗਾ। ਜੇ ਕਿਸੇ ਨੂੰ ਐਮਰਜੈਂਸੀ ਕੋਈ ਕੰਮ ਵੀ ਪੈਂਦਾ ਆਉਣ ਜਾਣ ਦੀ ਸਹੂਲਤ ਵੀ ਦਿੱਤੀ ਜਾਊਗੀ। ਅੱਛਾ, ਅੱਜ ਤੁਸੀਂ ਬੇਟੇ ਨੂੰ ਆਪਣੇ ਨੂੰ ਮੀਟਿੰਗਾਂ ਦੇ ਵਿੱਚ ਲੈ ਕੇ ਜਾ ਰਹੇ ਹੋ, ਉਦੋਂ ਅੰਦੋਲਨ ਦੇ ਵਿੱਚ ਵੀ ਲੈ ਕੇ ਜਾਓਗੇ? ਹਾਂਜੀ ਹਾਂਜੀ, ਇਹ ਵੀ ਹੁਣ ਵਿਹਲੇ ਹੀ ਹਲੇ ਸਕੂਲ ਨਹੀਂ ਲੱਗ ਰਹੇ, ਇਹ ਫ੍ਰੀ ਆ, ਇਹ ਨਾਲ ਹੀ ਚੱਲਣਗੇ। ਕੋਈ ਐ ਮਨ ਦੇ ਵਿੱਚ ਡਰ ਤਾਂ ਨਹੀਂ ਕੋਈ ਕੇਸ ਪੈ ਜੂ ਜਾਂ ਉੱਥੇ ਕੋਈ ਡਾਂਗ ਸੋਟਾ ਚੱਲ ਜੂ, ਕਿਤੇ ਮੁੰਡੇ ਨੂੰ ਕੋਈ ਖਰੋਚ ਨਾ ਆ ਜਾਏ? ਨਹੀਂ ਜੀ, ਸਾਨੂੰ ਇਸ ਗੱਲ ਦਾ ਕੋਈ ਡਰ ਨਹੀਂ ਹੈਗਾ। ਜਿਹੜਾ ਮਰਜ਼ੀ ਕੇਸ ਪਾ ਦੇਵੇ ਸਰਕਾਰ, ਜੋ ਮਰਜ਼ੀ ਕਰ ਦੇਵੇ, ਸਾਨੂੰ ਇਸ ਗੱਲ ਦਾ ਕੋਈ ਮਨ 'ਚ ਮਾੜਾ ਵੀ ਡਰ ਨਹੀਂ ਹੈਗਾ। ਬਾਈ ਜੀ, ਤੁਹਾਨੂੰ ਨਹੀਂ ਕੋਈ ਡਰ ਲੱਗਦਾ ਕਿ ਕਹਿੰਦੇ ਅੱਜ ਕੱਲ੍ਹ ਦੇ ਨੌਜਵਾਨ ਕਹਿੰਦੇ ਕਿ ਬਾਹਰ ਨੂੰ ਜਾਣਾ ਕਿਤੇ ਕੇਸ ਕੂਸ ਨਾ ਪੈ ਜਾਏ ਕਿਤੇ ਕੋਈ? ਜੀ ਨਹੀਂ, ਇੱਦਾਂ ਦਾ ਕੁਛ ਨਹੀਂ ਹੈਗਾ। ਮੈਂ ਬਸ ਆਪਣੇ ਫਾਦਰ ਦੇ ਨਾਲ ਸਪੋਰਟ ਦੇ ਵਿੱਚ ਪੂਰਾ ਖੜਾ ਆ। ਅੱਛਾ, ਫਾਦਰ ਨਾਲ ਤੁਸੀਂ ਕਿਸਾਨੀ ਦੇ ਨਾਲ ਤੁਸੀਂ ਖੜੇ? ਕਿਸਾਨੀ ਦੇ ਨਾਲ ਪੂਰੇ ਸਪੋਰਟ ਦੇ ਵਿੱਚ ਆ। ਇੱਕ ਇਸ ਫਿਊਚਰ ਤਾਂ ਸਾਡਾ ਹੀ ਆ, ਸਾਨੂੰ ਹੀ ਲਾਸ ਹੁੰਦਾ ਪਿਆ ਆ, ਕਿਉਂਕਿ ਸਾਡੀ ਜ਼ਮੀਨ ਆ। ਜੇ ਸਾਡਾ ਬੇਸ ਤਾਂ ਇੱਥੋਂ ਹੀ ਬਣਦਾ ਆ, ਜੇ ਆਹੀ ਚੱਲ ਗਿਆ ਤਾਂ ਫਿਰ ਸਾਡਾ ਲਾਸ ਤਾਂ ਹੋਣਾ ਹੀ ਆ।
ਇਹ ਸਭ ਤੋਂ ਵੱਡਾ ਲੋਸ ਆ, ਨਹੀਂ ਤੇ ਨੌਜਵਾਨ ਕਹਿੰਦਾ ਵੀ ਭਾਈ ਇਹੋ ਜਿਹੇ ਧਰਨਿਆਂ ਤੋਂ ਦੂਰ ਹੀ ਰਹੋ। ਤਾਂ ਤੁਸੀਂ ਤਾਂ ਬੜੇ ਵਧੀਆ ਨੌਜਵਾਨ। ਦੇਖੋ ਇੱਕ ਪੋਜ਼ਿਟਿਵ ਗੱਲ ਨਿਕਲ ਕੇ ਆਈ ਕਿ ਨੌਜਵਾਨ ਇਸ ਸੰਘਰਸ਼ ਦੇ ਵਿੱਚ ਜਾਗਿਆ ਹੈ। ਨੌਜਵਾਨ ਕਹਿੰਦੇ, ਨੌਜਵਾਨ ਬਹੁਤ ਵਧੀਆ ਵਧੀਆ ਗੱਲਾਂ ਕਰ ਰਹੇ ਸੀ ਸਾਡੇ ਨਾਲ, ਉਹਨਾਂ ਨਾਲ ਵੀ ਗੱਲ ਕਰਦੇ। ਬਾਈ ਜੀ ਤੁਹਾਡੇ ਤਾਂ ਨਹੀਂ ਕੋਈ ਮਨ 'ਚ ਕੋਈ ਡਰ ਡਰ ਹੈਗਾ ਕਿਤੇ? ਕੋਈ ਡਰ ਨਹੀਂ, ਬੇਝਿਜਕ ਹੋ ਕੇ ਜਾਵਾਂਗੇ ਉੱਥੇ, ਜਿੰਨੇ ਦਿਨ ਲੱਗਣਗੇ ਲਾ ਕੇ ਆਵਾਂਗੇ, ਲੜਾਈ ਜਿੱਤ ਕੇ ਆਵਾਂਗੇ ਭਾਜੀ ਉੱਥੋਂ ਸਾਰੀ। ਪਿੰਡਾਂ ਦੇ ਵਿੱਚ ਜਿਵੇਂ ਹੁਣ ਤੁਸੀਂ ਮੀਟਿੰਗਾਂ ਲਈ ਜਾ ਰਹੇ ਹੋ, ਨੌਜਵਾਨ ਹੈਗੇ ਆ ਜਾਂ ਬਜ਼ੁਰਗ ਹੀ ਨੇ? ਨਹੀਂ, ਨੌਜਵਾਨਾਂ 'ਚ ਪੂਰਾ ਜੋਸ਼ ਹੈ ਭਾਜੀ, ਸਾਰੇ ਨੌਜਵਾਨ ਨਾਲ ਆ, ਪੂਰਾ ਉਤਸ਼ਾਹ ਆ ਜਾਣ ਦਾ ਭਾਜੀ ਉਹਨਾਂ ਦੇ। ਤੁਹਾਡੇ ਤਾਂ ਨਹੀਂ ਘਰਦਿਆਂ ਨੇ ਰੋਕਿਆ ਭਾਈ ਬਹਿ ਜਾਓ ਘਰੇ, ਕੋਈ ਗੱਲ ਨਹੀਂਗਾ? ਨਹੀਂ ਨਹੀਂ, ਕੋਈ ਨਹੀਂ ਭਾਜੀ, ਕਹਿੰਦੇ ਜਾਓ ਤੁਸੀਂ, ਲੜਾਈ ਜਿੱਤ ਕੇ ਆਓ। 26-27 ਦੀ ਫਿਰ ਪੱਕੀ ਤਿਆਰੀ ਹੈ ਤੁਹਾਡੀ ਵੀ? ਹਾਂਜੀ ਬਿਲਕੁਲ ਜੀ, ਪੱਕੀ ਤਿਆਰੀ ਆ। ਅਸੀਂ ਤਾਂ 2 ਮਹੀਨੇ ਤੋਂ ਜੀ ਪੂਰਾ ਸਹਿਯੋਗ ਕਰ ਰਹੇ ਹਾਂ, ਤਨ ਮਨ ਧਨ ਦੇ ਨਾਲ। ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਹੈਗਾ ਜੀ, ਕਿਉਂਕਿ ਆਉਣ ਵਾਲਾ ਭਵਿੱਖ ਜਿਹੜਾ ਜੀ ਉਹ ਹਰੇਕ ਨੌਜਵਾਨ ਨੂੰ, ਹਰੇਕ ਬੱਚੇ ਨੂੰ ਆਪਣਾ ਖਤਰੇ ਦੇ ਵਿੱਚ ਦਿਖਦਾ। ਇਸ ਕਰਕੇ ਇਹੋ ਜਿਹਾ ਕੋਈ ਡਰ ਨਹੀਂ। ਮਰਨਾ ਤਾਂ ਹੈਗਾ ਹੀ ਆ, ਇੱਕ ਦਿਨ ਕੱਲ ਵੀ ਮਰਨਾ ਆ। ਇਹਦੇ ਨਾਲੋਂ ਜੇ ਕੁਝ ਕਰਕੇ ਮਰੀਏ, ਠੀਕ ਨਹੀਂ? ਜੋ ਸਾਡੀਆਂ ਜਥੇਬੰਦੀਆਂ ਦੇ ਫੈਸਲੇ ਆ, ਜੋ ਸਾਡੇ ਜਥੇਦਾਰਾਂ ਦੇ ਜੋ ਵੀ ਮੈਸੇਜ ਆ, ਅਸੀਂ ਉਹਨਾਂ ਦੇ ਪੁੱਲ ਚੜਾਵਾਂਗੇ। ਉਹਦਾ ਰਵੱਈਆ ਕੀ ਲੱਗਦਾ, ਜੇ ਮੈਂ ਨੌਜਵਾਨੀ ਦੀ ਅੱਖ ਤੋਂ ਦੇਖਾਂ, ਕਿ ਕੇਂਦਰ ਦਾ ਰਵੱਈਆ ਕੀ ਲੱਗਦਾ ਪਿਆ ਤੁਹਾਨੂੰ, ਕਿ ਇਹ ਜੋ ਪੰਜਾਬ ਦੇ ਨਾਲ ਵਿਤਕਰਾ ਹੋ ਰਿਹਾ, ਕਹਿੰਦੇ ਕਿ ਟ੍ਰੇਨਾਂ ਬੰਦ ਕਰਤੀਆਂ ਜਾਣਬੁੱਝ ਕੇ, ਜਿਹੜਾ ਪੇਂਡੂ ਵਿਕਾਸ ਦੇ ਫੰਡ ਆਉਣੇ ਸੀਗੇ ਉਹ ਵੀ ਰੋਕ ਦਿੱਤੇ ਗਏ, ਹੋਰ ਬਹੁਤ ਚੀਜ਼ਾਂ ਨੇ ਜਿਹੜੀਆਂ ਕੇਂਦਰ ਜਾਣਬੁੱਝ ਕੇ ਇਦਾਂ ਕਰ ਰਿਹਾ ਪੰਜਾਬ ਨਾਲ। ਪੰਜਾਬ ਪ੍ਰਤੀ ਕੇਂਦਰ ਦਾ ਰਵੱਈਆ ਕੀ ਦੇਖਦੇ ਹੋ ਤੁਸੀਂ? ਦੇਖੋ, ਪੰਜਾਬ ਨੂੰ ਉਹਨਾਂ ਦਾ ਪਹਿਲਾਂ ਤੋਂ ਹੀ ਇਹ ਪੰਜਾਬ ਤੇ ਇੱਕ ਹੈਗਾ ਆ ਵੀ ਇਹਨੂੰ ਕਿਸੇ ਤਰ੍ਹਾਂ ਖਤਮ ਕੀਤਾ ਜਾਵੇ ਜਾਂ ਦੱਬਿਆ ਜਾਵੇ। ਇਸ ਕਰਕੇ ਉਹ ਹਰ ਇੱਕ ਕੋਸ਼ਿਸ਼ ਕਰ ਰਹੇ ਆ ਵੀ ਇਹ ਜੋ ਵੀ ਸਹੂਲਤਾਂ ਆ, ਜੋ ਵੀ ਆ, ਵੀ ਇਹਨਾਂ ਨੂੰ ਇੱਕ ਇਸ ਚੀਜ਼ ਨਾਲੋਂ ਵਾਂਝਾ ਕੀਤਾ ਜਾਵੇ। ਪਰ ਜਿੰਨਾ ਚਿਰ ਸਾਡੇ ਤੇ ਇਸ ਪੰਜਾਬ ਤੇ ਗੁਰੂਆਂ ਪੀਰਾਂ ਦੀ ਬਖਸ਼ਿਸ਼ ਆ, ਇਹ ਕਦੀ ਮਰਨਾ ਨਹੀਂ। ਇੱਥੇ ਬੜੇ ਆਏ ਬੜੇ ਗਏ, ਇਹ ਇਦਾਂ ਹੀ ਰਹੂਗਾ ਸਦਾ। ਬਹੁਤ ਵਧੀਆ ਗੱਲ ਹੈ। ਸੋ ਗਾਂ ਕਿਉਂਕਿ ਹੁਣ ਸ਼ਹੀਦੀ ਦਿਹਾੜੇ ਵੀ ਆ ਰਹੇ ਨੇ, ਤਾਂ ਇਹ ਵੀ ਨੌਜਵਾਨ ਜਿਹੜੇ ਆ ਤਿਆਰ ਹੋ ਰਹੇ ਆ, ਕਿਉਂਕਿ ਆਪਣੇ ਹੱਕਾਂ ਦੇ ਲਈ ਠੰਡ ਬਹੁਤ ਜ਼ਿਆਦਾ ਹੋਊਗੀ। ਕਸ਼ਮੀਰ ਸਿੰਘ ਜੀ, ਤੁਹਾਡੇ ਉੱਤੇ ਜਾਂ ਤੁਹਾਡੇ ਜਥੇਬੰਦੀਆਂ ਜਿਵੇਂ ਹੈਗੀਆਂ ਨੇ, ਆਗੂਆਂ ਦੇ ਉੱਪਰ ਜ਼ਿੰਮੇਵਾਰੀ ਬਹੁਤ ਵੱਡੀ ਹੈ ਜੀ ਇਸ ਵਾਰ। 26 ਤਰੀਕ ਨੂੰ ਜਾਂ 27 ਤਰੀਕ ਨੂੰ ਕੁਝ ਵੀ ਹੋ ਸਕਦਾ ਹੈ, ਪ੍ਰਸ਼ਾਸਨ ਤੁਹਾਡੇ ਨਾਲ ਕੁਝ ਵੀ ਕਰ ਸਕਦੀ ਹੈ। ਤੁਹਾਡੇ ਤੇ ਜ਼ਿੰਮੇਵਾਰੀ ਬਹੁਤ, ਕਿਉਂਕਿ ਨੌਜਵਾਨੀ ਤੁਹਾਡੇ ਨਾਲ ਹੈਗੀ ਆ। ਤੁਸੀਂ ਇਸ ਚੀਜ਼ ਦਾ ਧਿਆਨ ਰੱਖ ਰਹੇ ਹੋ, ਜਿਹੜਾ ਮੈਸੇਜ ਦੇ ਰਹੇ ਹੋ ਲੋਕਾਂ ਦੇ ਵਿੱਚ, ਕਿ ਜੋਸ਼ ਦੇ ਨਾਲ ਹੋਸ਼ ਵੀ ਨਾ ਰੱਖਿਆ ਜਾਵੇ? ਦੇਖੋ, ਪਹਿਲਾਂ ਹੀ ਉਸੇ ਦਿਨ ਤੋਂ ਹੀ ਸਾਨੂੰ ਅਸੀਂ ਜਾਣੀ ਕਿ ਜਦੋਂ ਆਪਾਂ ਨਾ PAP 25 ਤਰੀਕ ਨੂੰ ਧਰਨਾ ਲਾਇਆ ਸੀਗਾ, ਇਹ ਗੱਲ ਤੇਰੀ ਮੈਂ ਬਿਲਕੁਲ ਮਨਦੀਪ ਸਿੰਘ ਜੀ ਸਹਿਮਤ ਆ। ਕਿਉਂਕਿ ਜਦੋਂ 25 ਤਰੀਕ ਦਾ ਧਰਨਾ ਸੀਗਾ, ਸਾਨੂੰ ਉੱਥੇ ਬੋਲਣ ਦਾ ਜਾਂ ਬਾਈਟ ਕਰਨ ਤੋਂ ਬਿਨਾਂ ਸਾਨੂੰ ਇੱਕ ਸਾਡੇ ਮਨ ਵਿੱਚ ਇੱਕੋ ਖਵਾਇਸ਼ ਸੀਗੀ ਵੀ ਸੱਚੇ ਪਾਤਸ਼ਾਹ, ਇਹ ਜਿਹੜਾ ਸਾਡਾ ਅੱਜ ਦਾ ਮੋਰਚਾ ਆ, ਇਹਨੂੰ ਜਿੰਨੇ ਵਜੇ 4 ਵਜੇ ਦਾ ਟਾਈਮ ਸੀਗਾ, 4 ਵਜੇ ਦਾ ਸੁੱਖ ਸਬੀਲੀ ਨਿਬੇੜਦਾ ਹੀ, ਕਿਉਂਕਿ ਸਰਕਾਰਾਂ ਕੁਝ ਵੀ ਸ਼ਰਾਰਤ ਕਰ ਸਕਦੀਆਂ ਨੇ। ਇਹ ਤਾਂ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਆ, ਜਿਨ੍ਹਾਂ ਨੂੰ ਅਸੀਂ ਨਾਲ ਲੈ ਕੇ ਚੱਲਣਾ, ਉਹਨਾਂ ਨੂੰ ਵਧੀਆ ਤਰੀਕੇ ਨਾਲ ਚਲਾਵਾਂਗੇ। ਮਹਾਰਾਜ ਦੇ ਚਰਨਾਂ ਅਰਦਾਸ ਬੇਨਤੀ ਕਰਦੇ ਹਾਂ, ਤੇ ਉਹਨਾਂ ਨੌਜਵਾਨਾਂ ਨੂੰ ਪਿੰਡਾਂ ਦੇ ਵਿੱਚ ਸਾਰੇ ਲੋਕਾਂ ਨੂੰ ਦੱਸ ਰਹੇ ਹਾਂ ਬਈ ਅੱਜ ਜੋਸ਼ ਦੇ ਨਾਲ ਹੋਸ਼ ਦੀ ਵੀ ਲੋੜ ਆ, ਕਿਉਂਕਿ ਲੜਾਈ ਹੋਸ਼ ਨਾਲ ਜਿੱਤੀ ਜਾ ਸਕਦੀ ਆ। ਹੋਸ਼ ਰੱਖਾਂਗੇ, ਏਜੰਸੀਆਂ ਸਾਨੂੰ ਕਿਸੇ ਵੀ ਤਰੀਕੇ ਨਾਲ ਫੇਲ ਨਹੀਂ ਕਰਨੀਆਂ। ਜੇ ਸਾਡੇ ਉਹ ਕੁਝ ਵੀ ਕਿਸੇ ਤਰੀਕੇ ਦੀ ਮੋਹਰੇ ਮਾੜੇ ਮੋਟੇ ਜਵਾਬ ਤਲਬੀ ਕਰਦੇ ਨੇ, ਤਾਂ ਅਸੀਂ ਸ਼ਾਂਤੀਪੂਰਵਕ ਤਰੀਕੇ ਨਾਲ ਰਹਿ ਕੇ, ਜੇ ਨੌਵੇਂ ਪਾਤਸ਼ਾਹ ਨੇ ਆਪਣਾ ਬਲੀਦਾਨ ਦੇ ਦਿੱਤਾ, ਲੇਕਿਨ ਉਹਨਾਂ ਨੇ ਉਹਨਾਂ ਦੀ ਹਾਰ ਨਹੀਂ ਕਬੂਲੀ, ਉਹਨਾਂ ਦੇ ਕਿਸੇ ਤਰ੍ਹਾਂ ਵੀ ਮੋਹਰੇ ਝੁਕਣ ਦੀ ਕੋਸ਼ਿਸ਼ ਨਹੀਂ ਕੀਤੀ। ਅਸੀਂ ਝੁਕਣਾ ਨਹੀਂਗਾ, ਲੜ ਰਹੇ ਹਾਂ ਆਪਣੇ ਹੱਕਾਂ ਲਈ, ਮਰਾਂਗੇ ਆਪਣੇ ਹੱਕਾਂ ਲਈ, ਪਰ ਜੀਵਾਂਗੇ ਅਸੀਂ ਅਣਖ ਨਾਲ। ਇੱਕ ਗੱਲ ਇਹ ਵੀ ਹੈ ਕਿ ਹੁਣ ਜਿਵੇਂ ਮੈਨੂੰ ਲੱਗਦਾ ਕਿ 2 ਮਹੀਨੇ ਤੋਂ ਲਾਗੇ ਸਮਾਂ ਪਹੁੰਚ ਗਿਆ ਕਿ ਜਿਹੜਾ ਸੰਘਰਸ਼ ਚੱਲ ਰਿਹਾ, ਸੰਘਰਸ਼ ਠੀਕ ਹੈ, ਇੱਕ ਬੜਾ ਪੋਜ਼ਿਟਿਵ ਤਰੀਕੇ ਨਾਲ ਤੇ ਬੜੇ ਸ਼ਾਂਤਮਈ ਤਰੀਕੇ ਨਾਲ ਚੱਲ ਰਿਹਾ ਹੈ, ਤਾਂ ਐ ਨਹੀਂ ਲੱਗਦਾ ਕਿ ਜਿਉਂ-ਜਿਉਂ ਸਮਾਂ ਵੱਧਦਾ ਜਾ ਰਿਹਾ, ਇਹ ਸੰਘਰਸ਼ ਠੰਡਾ ਵੀ ਪੈਂਦਾ ਜਾ ਰਿਹਾ? ਨਾ, ਠੰਡਾ ਨਹੀਂ ਪੈ ਰਿਹਾ। ਠੰਡਾ ਤਾਂ ਜਦੋਂ ਹੁਣ ਦੇਖੋ ਫਸਲ ਦੀ ਜਦੋਂ ਲੋਕਡਾਊਨ ਲੱਗ ਗਿਆ ਸੀਗਾ, ਤੇ ਸਾਨੂੰ ਫਿਕਰ ਸੀਗਾ ਵੀ ਸਾਡਾ ਝੋਨੇ ਦੀ ਕਟਾਈ ਹੋ ਜਾਵੇ। ਝੋਨੇ ਦੀ ਕਟਾਈ ਹੋ ਗਈ। ਤੁਸੀਂ ਮਨਦੀਪ ਜੀ ਯਕੀਨ ਕਰਿਓ, ਜੇ ਇਸ ਨਗਰ ਦੇ ਵਿੱਚ ਅਸੀਂ ਦੋਏ ਰਹਿ ਰਹੇ ਹਾਂ, ਸਾਡੇ ਵੱਖ-ਵੱਖ ਨਗਰ ਨੇ, ਸਾਡਾ ਸਕੂਲ ਸਾਂਝਾ ਦੋਨਾਂ ਨਗਰਾਂ ਦਾ, ਉਹਨਾਂ ਨਗਰਾਂ ਦੇ ਵਿੱਚ ਬਹੁਤ ਵੱਡੀਆਂ ਪਾਰਟੀਆਂ ਦਾ ਆਪਸ ਵਿੱਚ ਰੋਲ ਸੀ। ਪਰ ਅੱਜ ਜਿਹੜਾ ਸਵੇਰ ਦਾ ਨਾ ਇੱਕ ਮੰਚ ਤੇ ਜਦੋਂ ਇਕੱਠੇ ਹੋ ਗਏ ਉੱਥੇ ਸਾਰੇ, ਉੱਥੇ ਕਮਿਊਨਿਸਟ, ਕਾਂਗਰਸੀ, ਉੱਥੇ ਅਕਾਲੀ ਦਲ, ਉੱਥੇ ਸਾਰੀਆਂ ਪਾਰਟੀਆਂ ਦੇ ਵੱਖ-ਵੱਖ ਪਾਰਟੀਆਂ ਦੇ ਆਗੂ, ਸਾਨੂੰ ਇੰਨੀ ਮਨ ਨੂੰ ਖੁਸ਼ੀ ਹੋਈ ਵੀ ਸੱਚੇ ਪਾਤਸ਼ਾਹ ਇਸ ਤਰੀਕੇ ਦੇ ਨਾਲ ਖਨੀ ਸਾਨੂੰ ਮੋਦੀ ਸਾਹਿਬ ਨੇ ਲੋਕਾਂ ਨੂੰ ਇਸ ਪਾਸੇ ਆਹ ਸਾਡੇ ਤੇ ਕਾਨੂੰਨ ਥਾਪ ਕੇ ਸਾਨੂੰ ਇਕੱਠੇ ਕਰਤਾ। ਕਦੀ ਸੋਚਿਆ ਵੀ ਨਾ ਸੀਗਾ। ਪਿੰਡਾਂ ਦੇ ਵਿੱਚ ਇਹਨਾਂ ਲੋਕਾਂ ਜੋਸ਼ ਆ, ਸਿਰਫ ਫਸਲ ਦੀ ਕਟਾਈ ਕਰਨੀ ਸੀਗੀ, ਬਿਜਾਈ ਕਰਨੀ ਸੀ, ਉਹਦੇ ਕਰਕੇ ਸੀਗਾ। ਜੋਸ਼ ਨਹੀਂ ਠੰਡਾ ਪਿਆ। ਇਹ ਤਾਂ ਇੱਕ ਦਿਨ ਅਫਸਰ ਸਾਹਿਬਾਨ ਵੀ ਕਹਿੰਦੇ ਸੀਗੇ ਵੀ ਸੰਘਰਸ਼ ਠੰਡਾ ਨਹੀਂ ਪੈ ਰਿਹਾ, ਸਿਰਫ ਕੰਮ ਦੇ ਕਰਕੇ, ਕਿਉਂਕਿ ਆਪਾਂ ਨੂੰ ਆਪਣੀ ਫਸਲ ਵੀ ਸਾਂਭਣੀ ਬਹੁਤ ਜ਼ਰੂਰੀ ਆ। ਫਸਲ ਗਾਂ ਬੀਜਣੀ ਵੀ ਜ਼ਰੂਰੀ, ਕਿਉਂਕਿ ਆਪਾਂ ਲੜਾਈ ਤਾਂ ਉਸ ਗੱਲ ਦੀ ਲੜ ਰਹੇ ਨਾ, ਆਪਾਂ ਖੇਤੀ ਤੇ ਨਿਰਭਰ ਆ, ਆਪਣਾ ਸਾਰਾ ਸਿਸਟਮ ਉਹਦੇ ਨਾਲ ਵੱਝਾ ਆ। ਇਸ ਕਰਕੇ ਕਿਉਂਕਿ ਬਾਹਰੋਂ ਸਾਨੂੰ ਅੱਗੇ ਬਾਹਰੋਂ ਮਦਦ ਬੜੀ ਆਉਂਦੀ ਸੀਗੀ। ਦੁਆਬਾ ਸਾਡਾ ਅਮੀਰ ਲੋਕ ਆ,
ਬਾਹਰ ਵੀ ਲੋਕਡਾਊਨ ਚੱਲ ਰਿਹਾ ਕਰਕੇ ਉਧਰ ਵੀ ਦੇਖੋ ਉਹਨਾਂ ਦਾ ਵਿਚਾਰਾ ਹੁਣ ਇਹ ਤਾਂ ਅਸੀਂ ਬਾਰ-ਬਾਰ ਉਹਨਾਂ ਨੂੰ ਵੀ ਕਹਿੰਦੇ ਚੰਗੇ ਨਹੀਂ ਲੱਗਦੇ, ਇਸ ਕਰਕੇ ਲੜਾਈ ਆਪਣੇ ਲੈਵਲ ਤੇ ਲੜਨਾ। ਬਾਹਰੋਂ ਵੀ ਐਨਆਰਆਈ ਵੀਰ ਵੀ ਸਾਡੇ ਜਿੰਨੇ ਸਾਡੇ ਸੱਜਣ ਮਿੱਤਰ ਆ, ਇਹ ਨਹੀਂ ਵੀ ਨਹੀਂ, ਅੱਜ ਵੀ ਪਿੰਡਾਂ ਦੇ ਵਿੱਚ ਜਿਹਨੂੰ ਕਿਹਾ ਜਿੱਦਾਂ ਦਾ ਕਿਹਾ ਅਗਲੇ ਨਾ ਨਹੀਂ ਕੀਤੀ। ਬਾਹਰੋਂ ਵੀ ਐਨਆਰਆਈ ਵੀਰ ਵੀ ਮਾੜਾ ਮੋਟਾ ਸਹਾਇਤਾ ਸਾਡੀ ਇਹਨਾਂ ਸੰਘਰਸ਼ਾਂ 'ਚ ਬਹੁਤ ਵਧੀਆ ਤਰੀਕੇ ਨਾਲ ਕਰ ਰਹੇ ਆ। ਮੰਨ ਲਿਆ ਵੀ ਤੁਸੀਂ? ਹਾਂਜੀ, ਉਹਨਾਂ ਦਾ ਵੀ ਧੰਨਵਾਦ ਕਰਦੇ ਆ। ਐਨਆਰਆਈ ਵੀਰੋ ਤਕੜੇ ਹੋ ਕੇ, ਜੇ ਸੰਘਰਸ਼ ਹਾਰ ਗਏ, ਜੇ ਜ਼ਮੀਨਾਂ ਅਡਾਨੀ ਅਬਾਨੀ ਦੇ ਹੱਥ ਆ ਗਈਆਂ, ਇਹ ਨਹੀਂ ਛੱਡਣੀਆਂ ਨੇਗੀਆਂ ਮੁੜ ਕੇ, ਫਿਰ ਸਾਡੇ ਵੀ ਹਥਿਆਰ ਖੁੰਡੇ ਹੋ ਜਾਣੇ ਆ। ਅਸੀਂ ਵੀ ਕੀ ਕਰ ਸਕਦੇ ਆ, ਕਿਉਂਕਿ ਜਦੋਂ ਮੋਰੇ ਕੋਈ ਕਾਨੂੰਨ ਹੀ ਨਹੀਂ ਰਹਿ ਜਾਣਾ ਕਿਤੇ ਅਪੀਲ ਦਲੀਲ ਦਾ। ਇਸ ਕਰਕੇ ਉਹ ਆਪਣਾ ਯੋਗਦਾਨ ਪਾ ਰਹੇ, ਅਸੀਂ ਧੰਨਵਾਦ ਕਰਦੇ ਆ। ਪਰ ਤੁਹਾਡੇ ਚੈਨਲ ਦੇ ਜਰੀਏ ਮੈਸੇਜ ਦੇਣਾ ਚਾਹੁੰਦੇ, ਜਿਹੜੇ ਕਿਸਾਨਾਂ ਤੱਕ ਨਹੀਂ ਮੈਸੇਜ ਗਿਆ ਅੱਜ ਤੱਕ, ਉਹਨਾਂ ਨੂੰ ਵੀ ਦਿੰਦੇ ਆ ਵੀ ਜਿੱਥੇ ਜਿੱਥੇ ਲਾਗੇ ਜਿੱਥੋਂ ਵੀ ਤੁਹਾਨੂੰ ਟਰੈਲੀ ਤੁਰਦੀ ਆ, ਉਸ ਟਰਾਲੀ ਦੇ ਜਥੇਬੰਦੀਆਂ ਦਾ ਇੱਕੋ ਸਾਡੀਆਂ 30 ਜਥੇਬੰਦੀਆਂ ਦਾ ਫੈਸਲਾ ਆ ਵੀ ਟਰੈਲੀ ਦੇ ਉੱਤੇ ਭਾਵੇਂ 30 ਝੰਡੇ ਲੱਗ ਜਾਣ, ਇੱਕ ਟਰੈਲੀ ਬਹਿ ਕੇ ਜਾਣਾ। ਇਹ ਨਹੀਂ ਸੋਚਣਾ ਵੀ ਆ ਟਰਾਲੀ ਐਸ ਜਥੇਬੰਦੀ ਦੀ ਉਹਦੀ ਆ, ਜੋ ਮਰਜ਼ੀ ਕਰਕੇ ਪਹੁੰਚਣਾ ਆ ਦਿੱਲੀ। ਦੁਆਬੇ ਏਰੀਆ ਦੇ ਟਰੈਕਟਰ ਕਿੰਨੇ ਕੁ ਮੰਨ ਲਈ ਆ ਵੀ ਕਿੰਨੇ ਕੁ ਹੋ ਜਾਣਗੇ? ਕੋਈ ਤੁਸੀਂ ਪਿੰਡਾਂ 'ਚ ਜਾ ਰਹੇ ਹੋ, ਤੁਹਾਨੂੰ ਥੋੜੀ ਬਹੁਤੀ ਅਸੈਸਮੈਂਟ ਹੋਊਗੀ। ਦੇਖੋ ਟਰੈਕਟਰ ਇੱਥੋਂ ਬਹੁਤ ਹੋ ਜਾਣੇ, ਮੈਨੂੰ ਤਾਂ ਲੱਗਦਾ ਵੀ ਟਰੈਕਟਰ ਤੋਂ 500-700 ਟਰੈਕਟਰ ਹੋ ਜਾਣਾ। ਕੱਲੇ ਦੁਆਬੇ ਏਰੀਆ ਦਾ 500 ਦੁਆਬੇ ਦਾ ਵੱਧ ਹੋਊਗਾ, ਬਲਦਾ ਨਾ 1000 ਟਰੈਕਟਰ ਉੱਤੇ ਜਾਊਗਾ ਦੁਆਬੇ ਦੇ ਵਿੱਚੋਂ। ਜੋ ਕਹਿੰਦੇ ਵੀ ਹੈ ਵੀ ਕੱਲੇ ਘਰ ਦੇ ਵਿੱਚ ਟਰੈਕਟਰ ਹੈਗਾ। ਮੈਂ ਕਹਿੰਦਾ ਦੇਖੋ, ਜਿੱਦਣ ਤੁਸੀਂ ਨਾ, ਮੈਂ ਅਖਬਾਰ ਦੇਖਦਾ ਸੀ ਜਿੱਦਣ ਅਸੀਂ ਇੱਥੇ ਰੋਡ ਮਾਰਚ ਕੱਢਿਆ ਟਰੈਕਟਰਾਂ ਦਾ, ਉਦਣ ਦੇਖਦਾ ਮੈਂ ਉਹਦੇ ਵਿੱਚ ਤੁਹਾਡੇ ਚੈਨਲਾਂ ਨੇ ਦੱਸਿਆ ਸੀਗਾ ਵੀ 2 ਰੋਡ ਮਾਰਚ ਹੋਏ ਆ ਪੰਜਾਬ ਦੇ ਵਿੱਚ। ਇੱਕ ਹੋਇਆ ਰੋਹਲ ਗਾਂਧੀ ਦਾ, ਇੱਕ ਦੁਆਬੇ ਦਾ। ਤੇ ਦੁਆਬੇ ਦੇ ਟਰੈਕਟਰ ਜਿਹੜੇ ਸੀਗੇ ਉਹ ਸਾਡੇ ਨੌਜਵਾਨਾਂ ਨੇ ਲੱਖ ਰੁਪਈਆ ਉੱਤੇ ਉਹਨਾਂ ਦੇ ਡੈਕ ਡੁੱਕ ਹੀ ਲਾਏ ਆ, ਤੇ ਉਹਨਾਂ ਦੇ ਜਿਹੜੇ ਸੀਗੇ ਉਹ ਸਾਰੇ ਕੱਪੜੇ ਦੀਆਂ ਛਤਰੀਆਂ ਸੀ। ਤੁਸੀਂ ਦੇਖਿਓ ਸਹੀ, ਲੋਕਾਂ ਨੇ ਤੁਹਾਨੂੰ ਦਿਹਾੜੀ ਡੰਗ ਦੇ ਕਰਾ ਦਿਖਾਲਾਂਗੇ ਤੁਹਾਨੂੰ ਸਾਰਾ ਤਜਰਬਾ। ਉਹਦੇ ਵਿੱਚ ਦੇਖੋ ਕਿਵੇਂ ਨਿਆਣੇ ਕਰ ਰਹੇ ਤਿਆਰੀਆਂ। ਹਾਂਜੀ ਮਨਦੀਪ ਸਿੰਘ ਜੀ, ਆਖਰੀ ਸਵਾਲ ਆ ਮੇਰਾ ਕਿ ਮੰਨ ਲਈਏ ਕਿ 6-6 ਮਹੀਨੇ ਦਾ ਰਾਸ਼ਨ ਕਿਸਾਨ ਫਿਰ ਘਰਾਂ ਦੇ ਵਿੱਚ ਪਾ ਰਿਹਾ ਆਪਣੇ, ਜਿਹੜਾ ਨਾਲ ਲੈ ਕੇ ਜਾਣਾ ਉੱਥੇ। ਦੇਖੋ ਜੀ, ਸਾਡੇ ਜਥੇਬੰਦੀਆਂ ਦਾ ਫੈਸਲਾ ਆ ਵੀ ਚਲੋ ਥੋੜਾ ਬੜਾ ਰਾਸ਼ਨ ਦਾ ਪਹਿਲਾਂ ਲੈ ਕੇ ਚੱਲਣਾ ਚਾਹੀਦਾ, ਪਰ ਉਹ ਜਦੋਂ ਲੰਬਾ ਟਾਈਮ ਆ ਕਹਿੰਦੇ ਵੀ 2-4 ਮਹੀਨੇ ਸੰਘਰਸ਼ ਚੱਲ ਸਕਦਾ। ਇਸ ਲਈ ਅਸੀਂ ਆਪਣਾ ਰਾਸ਼ਨ ਪਾਣੀ ਦਾ ਪੂਰਾ, ਜਦੋਂ ਹੁਣ ਸਾਰੇ ਜਦੋਂ ਜਿੱਥੇ ਮੀਟਿੰਗ ਕਰਦੇ ਆ, ਹਰੇਕ ਬੰਦੇ ਨੂੰ ਕਿਹਾ ਵੀ ਚਲੋ ਆਪਾਂ ਆਪਣਾ ਆਪ ਹੀ ਫੰਡ ਇਕੱਠਾ ਕਰੋ, ਆਪ ਹੀ ਆਪਾਂ ਆਪਣਾ ਇੰਤਜ਼ਾਮ ਕਰਨਾ। ਆਪਾਂ ਜਿਸ ਪਿੰਡ ਦਾ ਹੋਊਗਾ, ਕੱਲੇ ਪਿੰਡ ਨੇ ਆਪਣਾ ਆਪ ਹੀ ਅਰੇਂਜਮੈਂਟ ਕਰਨਾ ਸ਼ੁਰੂ ਕਰਤਾ ਆ। ਜਿੱਦਾਂ ਹੁਣ ਵੀ ਅਸੀਂ ਮੀਟਿੰਗ ਕਰਕੇ ਆਏ ਆ, ਸਾਨੂੰ ਉੱਥੇ ਜਿੰਨੇ ਵੀ ਬੰਦੇ ਉਹਨੇ ਸਾਰਿਆਂ ਨੇ ਪੂਰਾ ਕਿਹਾ ਵੀ ਅਸੀਂ ਆਪਣਾ ਆਪ ਸਹਿਯੋਗ ਕਰਾਂਗੇ। ਉੱਥੇ ਉਸੇ ਵੇਲੇ ਨਾਂ ਲਿਖੇ, ਸਾਰਾ ਫੰਡ ਵੀ ਇਕੱਠਾ ਹੋ ਗਿਆ ਉਸੇ ਵੇਲੇ, ਤੇ ਟਰਾਲੀਆਂ ਦੇ ਵੀ ਆਪ ਹੀ ਨਾਲ ਖਾਤੇ ਆ। ਬੰਦਿਆਂ ਦੇ ਉਤਸ਼ਾਹ ਆ ਆਪਣੇ ਆਪ ਹੀ। ਇਸ ਕਰਕੇ ਰਾਸ਼ਨ ਨਾ ਹੋਊਗਾ ਤਾਂ ਸਾਨੂੰ ਕੀ, ਜੇ ਹੁਣ ਅਸੀਂ ਔਖੇ ਟਾਈਮ ਵਾਲਾ ਇੱਕਦਮ ਜਿੱਥੇ ਹਜ਼ਾਰਾਂ ਹੀ ਲੋਕਾਂ ਨੇ ਚੱਲ ਜਾਣਾ, ਉੱਥੇ ਤਾਂ ਰਾਸ਼ਨ ਵੀ ਨਹੀਂ ਖੜੇ ਪਏ ਮਿਲਣਾ। ਇਸ ਲਈ ਆਪਣਾ ਰਾਸ਼ਨ ਅਸੀਂ ਕੋਲ ਲੈ ਕੇ ਚੱਲਣਾ। ਧੰਨਵਾਦ ਗੱਲਬਾਤ ਕਰ ਲਈ। ਸੋ ਇਹ ਪੰਜਾਬ ਹੀ ਆ ਇੱਕ ਕਿ ਧਰਨਿਆਂ ਦੇ ਵਿੱਚ ਵੀ ਪਹਿਲਾਂ ਪ੍ਰਬੰਧ ਲੰਗਰ ਦੇ ਕੀਤੇ ਜਾਂਦੇ ਆ। ਕਹਿੰਦੇ ਕਿਸੇ ਵੀ ਸੰਘਰਸ਼ ਨੂੰ, ਕਿਸੇ ਵੀ ਧਰਨੇ ਨੂੰ ਜੇ ਸਫਲ ਬਣਾਉਣਾ ਵਾ ਤੇ ਉਹਦੇ ਵਿੱਚ ਖਾਣ ਪੀਣ ਦਾ ਸਮਾਨ, ਖਾਣ ਪੀਣ ਦਾ ਅਰੇਂਜਮੈਂਟ ਪੂਰਾ ਰੱਖਿਆ ਜਾਵੇ। ਪਰ ਕਿਸਾਨ ਜਥੇਬੰਦੀਆਂ ਦੇ ਵੱਲੋਂ ਪਿੰਡਾਂ 'ਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ 26 ਅਤੇ 27 ਤਰੀਕ ਦੇ ਅੰਦੋਲਨ ਨੂੰ ਲੈ ਕੇ, ਅਤੇ ਰਾਸ਼ਨ ਪਾਣੀ ਜਿਹੜਾ ਖੁੱਲਾ ਰੱਖਿਆ ਜਾ ਰਿਹਾ ਹੈ। ਕਹਿੰਦੇ ਕਿ 2-2, 4-4 ਮਹੀਨੇ ਵੀ ਸਾਨੂੰ ਉੱਥੇ ਲੱਗ ਸਕਦੇ ਨੇ। ਆਸ਼ੰਕਾ ਇਹ ਹੈਗੀ ਹੈ ਕਿ ਸ਼ੰਭੂ ਬਾਰਡਰ ਦੇ ਉੱਪਰ ਇਹਨਾਂ ਨੂੰ ਰੋਕ ਦਿੱਤਾ ਜਾਵੇਗਾ, ਤੇ ਕਹਿੰਦੇ ਨੇ ਕਿ ਉੱਥੇ ਸੜਕਾਂ ਦੇ ਉੱਪਰ ਹੀ ਅਸੀਂ ਤੰਬੂ ਗੱਡ ਕੇ ਪੱਕੇ ਮੋਰਚੇ ਸੜਕਾਂ ਦੇ ਉੱਪਰ ਲਾਵਾਂਗੇ, ਕਿਉਂਕਿ 5 ਪਾਸੇ ਜਿਹੜਾ ਵਾ ਉਹ ਜਿਵੇਂ ਰਾਜਸਥਾਨ, ਯੂਪੀ ਅਤੇ ਹੋਰ ਪਾਸਿਆਂ ਤੋਂ ਜਿਹੜਾ ਦਿੱਲੀ ਨੂੰ ਬਾਰਡਰ ਲੱਗਦੇ ਆ, ਉਹ ਸਾਰੇ ਪਾਸਿਓਂ ਕਿਸਾਨ ਆਉਣਗੇ, ਅਤੇ ਪੰਜਾਬ ਵਾਲੇ ਪਾਸਿਓਂ ਸਾਡੇ ਕਿਸਾਨ ਭਾਈ ਤਿਆਰ ਨੇ। ਅਤੇ ਕਹਿੰਦੇ ਨੇ ਕਿ 500-700 ਟਰੈਕਟਰ ਤਾਂ ਇਕੱਲਾ ਦੁਆਬੇ ਦਾ ਹੀ ਹੋ ਜਾਏਗਾ। ਤਾਂ ਮਾਝੇ ਅਤੇ ਮਾਲਵੇ ਦਾ ਤੁਸੀਂ ਹਿਸਾਬ ਲਾ ਲਓ ਕਿ ਵੱਡੇ ਪੱਧਰ ਦੇ ਉੱਪਰ 26 ਅਤੇ 27 ਤਰੀਕ ਨੂੰ ਦਿੱਲੀ ਵੱਲ ਕੂਚ ਹੋਵੇਗੀ, ਅਤੇ ਦਿੱਲੀ ਵਿੱਚ 26 ਅਤੇ 27 ਤਰੀਕ ਦਾ ਕਿਵੇਂ ਜਿਹਾ ਦ੍ਰਿਸ਼ ਹੋਵੇਗਾ, ਇਹ ਸਾਰੀ ਅਪਡੇਟ ਤੁਹਾਨੂੰ ਦਿੰਦੇ ਰਹਾਂਗੇ। ਪਰ ਫਿਲਹਾਲ 26 ਅਤੇ 27 ਜਿਹੜਾ ਵੱਡਾ ਦਿਨ ਪੰਜਾਬ ਦਾ ਨਿਕਲ ਕੇ ਸਾਹਮਣੇ ਆਊਗਾ, ਕਿਉਂਕਿ ਨੌਜਵਾਨ ਅਤੇ ਕਿਸਾਨ ਰਲ ਕੇ ਇਹ ਸੰਘਰਸ਼, ਇਸ ਅੰਦੋਲਨ ਨੂੰ ਵਿੱਢਣ ਜਾ ਰਹੇ ਨੇ। ਕੈਮਰਾਮੈਨ ਮਨੀਸ਼ ਦੇ ਨਾਲ ਮਨਦੀਪ ਸਿੰਘ, ਜਲੰਧਰ।